ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਚਮਕੌਰ ਦਾ ਯੁੱਧ। ਇਤਿਹਾਸ ਵਿੱਚ ਆਪਾਂ ਬਹੁਤ ਸਾਰੇ ਯੁੱਧਾਂ ਬਾਰੇ ਪੜ੍ਹਿਆ ਸੁਣਿਆ, ਪਰ ਚਮਕੌਰ ਦੀ ਗੜੀ ਦੀ ਜੋ ਜੰਗ ਹੈ, ਇਸ ਦੀ ਮਿਸਾਲ ਸਾਰੀ ਦੁਨੀਆ ਵਿੱਚ ਨਹੀਂ ਮਿਲਦੀ, ਕਿਉਂਕਿ ਇਸ ਜੰਗ ਦੇ ਵਿੱਚ ਇੱਕ ਪਾਸੇ ਲੱਖਾਂ ਦੀ ਫੌਜ ਸੀ ਅਤੇ ਦੂਸਰੇ ਪਾਸੇ ਸਿਰਫ 42 ਸਿੱਖ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਦੇ ਕੰਢੇ ਤੇ ਕਿਸ ਤਰ੍ਹਾਂ ਮੇਰੇ ਕਲਗੀਧਰ ਪਿਤਾ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਮੇਰੇ ਕਲਗੀਧਰ ਪਾਤਸ਼ਾਹ ਅਤੇ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕੁਝ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚੇ ਸਨ। ਚਮਕੌਰ ਦੇ ਕਿਲੇ ਦੇ ਵਿੱਚ ਜਾ ਕੇ ਮੇਰੇ ਪਾਤਸ਼ਾਹ ਨੇ ਰਾਤ ਦੇ ਦੀਵਾਨ ਸਜਾਏ, ਕੀਰਤਨ ਕੀਤਾ, ਜੋ ਵੀ ਰਾਸ਼ਨ ਸੀ ਸਭ ਨੇ ਮਿਲ ਵੰਡ ਕੇ ਛਕ ਲਿਆ। ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ ਆਰਾਮ ਕਰਨ ਦੇ ਲਈ ਕਿਹਾ ਤਾਂ ਕਹਿੰਦੇ ਉਸ ਵੇਲੇ ਵੱਡੇ ਸਾਹਿਬਜ਼ਾਦਿਆਂ ਨੇ ਆ ਕੇ ਪਿਤਾ ਗੁਰੂ ਨੂੰ ਸਵਾਲ ਕੀਤਾ ਕਿ ਪਿਤਾ ਜੀ, ਛੋਟੇ ਭਰਾ ਇਸ ਵੇਲੇ ਪਤਾ ਨਹੀਂ ਕਿੱਥੇ ਹੋਣਗੇ। ਤਾਂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਉਹ ਜਿੱਥੇ ਵੀ ਹੋਣਗੇ ਮਾਲਕ ਦੀ ਰਜ਼ਾ ਵਿੱਚ ਹੋਣਗੇ, ਤੁਸੀਂ ਇਸ ਵੇਲੇ ਜਾ ਕੇ ਆਰਾਮ ਕਰੋ। ਕਹਿੰਦੇ ਰਾਤ ਨੂੰ ਸਾਰੇ ਸਿੱਖ ਤੇ ਸਾਹਿਬਜ਼ਾਦੇ ਸੌਂ ਗਏ, ਪਰ ਮੇਰੇ ਕਲਗੀਧਰ ਪਾਤਸ਼ਾਹ ਸੁੱਤੇ ਨਹੀਂ, ਕਿਉਂਕਿ ਅੰਤਰਜਾਮੀ ਪਾਤਸ਼ਾਹ ਸਭ ਜਾਣਦੇ ਸੀ। ਉਹਨਾਂ ਨੂੰ ਪਤਾ ਸੀ ਕਿ ਕੱਲ ਦੀ ਸਵੇਰ ਨੂੰ ਕੀ ਹੋਣਾ ਹੈ। ਉਹ ਆਪਣੇ ਸਿੱਖਾਂ ਨੂੰ ਨਿਹਾਰ ਰਹੇ ਸੀ, ਵੇਖ ਰਹੇ ਸੀ, ਉਹਨਾਂ ਦੇ ਕੇਸਾਂ ਨੂੰ ਸਵਾਰ ਰਹੇ ਸੀ, ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਪੱਟੀ ਕਰ ਰਹੇ ਸੀ। ਤੇ ਕਹਿੰਦੇ ਉਧਰ ਮੁਗਲ ਪਾਤਸ਼ਾਹ ਨੂੰ ਲੱਭਦੇ ਲੱਭਦੇ ਚਮਕੌਰ ਸਾਹਿਬਾਨ ਪਹੁੰਚੇ। ਕਹਿੰਦੇ ਠੰਡ ਬਹੁਤ ਜ਼ਿਆਦਾ ਸੀ, ਇਸ ਕਰਕੇ ਉਹਨਾਂ ਨੇ ਸਵੇਰ ਹੋਣ ਦਾ ਇੰਤਜ਼ਾਰ ਕੀਤਾ, ਕਿਉਂਕਿ ਦੁਸ਼ਮਣਾਂ ਨੂੰ ਇਹ ਸੀ ਕਿ ਸਾਡੇ ਕੋਲ ਤਾਂ ਲੱਖਾਂ ਦੀ ਫੌਜ ਆ ਅਤੇ ਸਿੱਖ ਮੁੱਠੀ ਭਰ ਨੇ, ਇਸ ਕਰਕੇ ਅਸੀਂ ਉਹਨਾਂ ਦੇ ਉੱਤੇ ਜਿੱਤ ਝੱਟ ਹੀ ਪ੍ਰਾਪਤ ਕਰ ਲਵਾਂਗੇ। ਇਸੇ ਕਰਕੇ ਉਹ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੇ। ਕਹਿੰਦੇ ਸਵੇਰ ਹੋਈ, ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ, ਨਿਤਨੇਮ ਕੀਤਾ ਅਤੇ ਪਾਤਸ਼ਾਹ ਨੇ ਕਿਹਾ ਕਿ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਆ। ਬਾਹਰ ਲੱਖਾਂ ਦੀ ਫੌਜ ਆ ਅਤੇ ਆਪਾਂ ਬਹੁਤ ਹੀ ਘੱਟ ਆ। ਪਰ ਪਾਤਸ਼ਾਹ ਕਹਿਣ ਲੱਗੇ ਕਿ ਆਪਣੀ ਗਿਣਤੀ ਚਾਹੇ ਘੱਟ ਆ, ਪਰ ਹਿੰਮਤ ਘੱਟ ਨਹੀਂ। ਇਸ ਕਰਕੇ ਪਾਤਸ਼ਾਹ ਨੇ ਉਹਨਾਂ ਨੂੰ ਡਟ ਕੇ ਮੁਕਾਬਲਾ ਕਰਨ ਲਈ ਕਿਹਾ ਕਿ ਆਪਾਂ ਆਖਰੀ ਸਾਹ ਤੱਕ ਲੜਾਂਗੇ। ਪਾਤਸ਼ਾਹ ਆਪ ਕਿਲੇ ਦੇ ਉੱਪਰ ਤਾਇਨਾਤ ਹੋ ਗਏ ਤਾਂ ਜੋ ਕੋਈ ਵੀ ਕਿਲੇ ਦੇ ਅੰਦਰ ਦਾਖਲ ਨਾ ਹੋ ਸਕੇ, ਅਤੇ ਪਾਤਸ਼ਾਹ ਨੇ 5-5 ਸਿੰਘਾਂ ਦਾ ਜਥਾ ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਦੇ ਲਈ ਤਿਆਰ ਕੀਤਾ। ਪਾਤਸ਼ਾਹ ਦੀ ਰਣਨੀਤੀ ਸੀ ਕਿ 5-5 ਸਿੰਘ ਬਾਹਰ ਜਾਣਗੇ। ਠੰਡ ਦੇ ਕਾਰਨ ਦਿਨ ਕਾਫੀ ਲੇਟ ਚੜਿਆ। ਇਧਰ ਮੁਗਲਾਂ ਨੇ ਪਹਿਲਾਂ ਪੌੜੀ ਲਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਕਲਗੀਧਰ ਪਾਤਸ਼ਾਹ ਜੋ ਕਿਲੇ ਦੇ ਉੱਪਰ ਤਾਇਨਾਤ ਸੀ, ਉਹਨਾਂ ਦੇ ਵਾਰ ਤੋਂ ਕੋਈ ਵੀ ਮੁਗਲ ਬਚ ਨਾ ਸਕਿਆ। ਇਸ ਕਰਕੇ ਉਹ ਕਿਲੇ ਦੇ ਅੰਦਰ ਦਾਖਲ ਨਹੀਂ ਹੋ ਸਕੇ। ਤਾਂ ਫਿਰ ਮੇਰੇ ਕਲਗੀਧਰ ਪਾਤਸ਼ਾਹ ਨੇ ਇਧਰੋਂ ਪਹਿਲਾ ਜਥਾ ਰਵਾਨਾ ਕੀਤਾ, ਜਿਸ ਦੇ ਮੁਖੀ ਹਿੰਮਤ ਸਿੰਘ ਸੀ। ਪਾਤਸ਼ਾਹ ਨੇ ਹਿੰਮਤ ਸਿੰਘ ਜੀ ਨੂੰ ਕਿਹਾ ਕਿ ਜਾਓ, ਹਿੰਮਤ ਦੇ ਨਾਲ ਆਖਰੀ ਸਾਹ ਤੱਕ ਜੰਗ ਵਿੱਚ ਲੜਨਾ। ਤੇ ਕਹਿੰਦੇ ਕੁਝ ਸਮੇਂ ਤੱਕ ਹਿੰਮਤ ਸਿੰਘ ਜੀ ਬੜੇ ਹਿੰਮਤ ਦੇ ਨਾਲ ਲੜੇ, ਪਰ ਆਖਿਰ ਸ਼ਹੀਦ ਹੋ ਗਏ। ਫਿਰ ਦੂਸਰਾ ਜਥਾ ਗਿਆ, ਫਿਰ ਤੀਸਰਾ ਜਥਾ ਗਿਆ, ਫਿਰ ਚੌਥਾ, ਫਿਰ ਪੰਜਵਾਂ। ਇਸ ਤਰ੍ਹਾਂ 5-5 ਕਰਕੇ 25 ਸਿੰਘ ਸ਼ਹੀਦ ਹੋ ਗਏ। ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅੱਗੇ ਵਧੇ, ਗੁਰੂ ਪਿਤਾ ਕੋਲ ਆਏ ਅਤੇ ਜੰਗ ਵਿੱਚ ਜਾਣ ਦੀ ਆਗਿਆ ਮੰਗੀ, ਪਰ ਸਿੱਖਾਂ ਨੇ ਅਜੀਤ ਸਿੰਘ ਜੀ ਨੂੰ ਜਾਣ ਤੋਂ ਮਨਾ ਕਰ ਦਿੱਤਾ। ਕਹਿੰਦੇ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਕਿ ਮੈਨੂੰ ਆਪਣੇ ਨਾਲੋਂ ਅਲੱਗ ਕਰਕੇ ਨਾ ਦੇਖੋ। ਤੇ ਕਹਿੰਦੇ ਅਜੀਤ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ, ਤਾਂ ਫਿਰ ਪਾਤਸ਼ਾਹ ਨੇ ਵੀ ਅੱਗੋਂ ਇਹੀ ਬਚਨ ਕਹੇ। ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਅਜੀਤ ਸਿੰਘ ਨੂੰ ਜੰਗ ਵਿੱਚ ਜਾਣ ਤੋਂ ਨਾ ਰੋਕੋ, ਕਿਉਂਕਿ ਤੁਸੀਂ ਅਤੇ ਅਜੀਤ ਸਿੰਘ ਮੇਰੇ ਲਈ ਇੱਕੋ ਬਰਾਬਰ ਹਨ। ਪਾਤਸ਼ਾਹ ਨੇ ਕਿਹਾ ਕਿ ਮੇਰੇ ਲਈ ਸਭ ਬਰਾਬਰ ਆ, ਮੇਰੇ ਲਈ ਤੁਸੀਂ ਮੇਰੇ ਪੁੱਤਰ ਹੋ, ਮੇਰੇ ਸਾਹਿਬਜ਼ਾਦੇ ਹੋ, ਅਤੇ ਅਜੀਤ ਸਿੰਘ ਵੀ ਤੁਹਾਡਾ ਹੀ ਭਰਾ ਹੈ। ਇਸ ਨੂੰ ਆਪਣੇ ਤੋਂ ਅਲੱਗ ਕਰਕੇ ਨਾ ਦੇਖੋ। ਜੰਗ ਵਿੱਚ ਜਾਣ ਦਾ ਜਿੰਨਾ ਤੁਹਾਡਾ ਅਧਿਕਾਰ ਹੈ, ਉਨਾ ਹੀ ਇਸ ਦਾ ਹੈ। ਤਾਂ ਕਹਿੰਦੇ ਗੁਰੂ ਜੀ ਦੀ ਗੱਲ ਨੂੰ ਕੋਈ ਵੀ ਟਾਲ ਨਾ ਸਕਿਆ, ਇਸ ਕਰਕੇ ਅਗਲਾ ਜਥਾ ਬਾਬਾ ਅਜੀਤ ਸਿੰਘ ਜੀ ਦਾ ਗਿਆ। ਕਹਿੰਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਾਣ ਲੱਗੇ ਤਾਂ ਛੋਟੇ ਵੀਰ ਜੁਝਾਰ ਸਿੰਘ ਜੀ ਕਹਿਣ ਲੱਗੇ ਕਿ ਵੀਰ ਜੀ, ਮੈਂ ਵੀ ਤੁਹਾਡੇ ਮਗਰੇ ਹੀ ਆ ਰਿਹਾ ਹਾਂ,
ਤੁਸੀਂ ਪੂਰੀ ਜੀ ਜਾਨ ਨਾਲ ਲੜਨਾ। ਤਾਂ ਕਹਿੰਦੇ ਅਜੀਤ ਸਿੰਘ ਜੀ ਬੜੇ ਹੀ ਫੁਰਤੀਲੇ ਸਨ। ਜਦੋਂ ਜੰਗ ਵਿੱਚ ਪਹੁੰਚੇ ਉਹਨਾਂ ਨੇ ਕਾਫੀ ਫੁਰਤੀਲੇਪਨ ਦੇ ਨਾਲ, ਹਿੰਮਤ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਇਹ ਦੇਖ ਕੇ ਔਰੰਗਜ਼ੇਬ ਅਤੇ ਵਜ਼ੀਰ ਸਭ ਹੈਰਾਨ ਹੋ ਰਹੇ ਸਨ ਕਿ ਗੁਰੂ ਨੇ ਆਪਣਾ ਜਵਾਨ ਪੁੱਤਰ ਜੰਗ ਵਿੱਚ ਭੇਜ ਦਿੱਤਾ, ਉਸ ਨੂੰ ਜਰਾ ਜਿੰਨਾ ਵੀ ਆਪਣੇ ਪੁੱਤਰਾਂ ਦਾ ਮੋਹ ਨਹੀਂ। ਤੇ ਇੱਧਰ ਕਹਿੰਦੇ ਬਾਬਾ ਅਜੀਤ ਸਿੰਘ ਜੀ ਪੂਰੀ ਜੀ ਜਾਨ ਨਾਲ ਲੜਦੇ ਲੜਦੇ ਆਖਰਕਾਰ ਸ਼ਹੀਦ ਹੋ ਗਏ। ਮੇਰੇ ਕਲਗੀਧਰ ਪਾਤਸ਼ਾਹ ਜੋ ਕਿ ਕਿਲੇ ਦੇ ਉੱਤੋਂ ਸਭ ਕੁਝ ਵੇਖ ਰਹੇ ਸੀ, ਜਦ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਹੋਈ ਤਾਂ ਮੇਰੇ ਕਲਗੀਧਰ ਪਾਤਸ਼ਾਹ ਨੇ ਜੈਕਾਰਾ ਛੱਡਿਆ। ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਉਹ ਵੀ ਆਗਿਆ ਲੈਣ ਲਈ ਗੁਰੂ ਪਿਤਾ ਕੋਲ ਆਏ ਕਿ ਪਿਤਾ ਜੀ ਮੈਂ ਵੀ ਦੁਸ਼ਮਣ ਦੇ ਨਾਲ ਮੁਕਾਬਲਾ ਕਰਨਾ ਹੈ। ਤਾਂ ਮੇਰੇ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਹੱਥੀਂ ਤਿਆਰ ਕੀਤਾ ਅਤੇ ਜੰਗ ਦੇ ਮੈਦਾਨ ਵਿੱਚ ਭੇਜਿਆ। ਬਾਬਾ ਜੁਝਾਰ ਸਿੰਘ ਜੀ ਵੀ ਬੜੀ ਦਲੇਰੀ ਨਾਲ ਲੜੇ ਅਤੇ ਕਈਆਂ ਨੂੰ ਮਾਰ ਕੇ ਆਖਰਕਾਰ ਸ਼ਹੀਦ ਹੋ ਗਏ। ਇਸ ਤਰ੍ਹਾਂ ਮੇਰੇ ਪਾਤਸ਼ਾਹ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅੱਜ ਦੇ ਦਿਨ 8 ਪੋਹ ਵਾਲੇ ਦਿਨ ਸ਼ਹੀਦ ਹੋ ਗਏ। ਉਸ ਵੇਲੇ ਬਾਬਾ ਜੀ ਅਜੀਤ ਸਿੰਘ ਜੀ ਦੀ ਉਮਰ 18 ਵਰ੍ਹੇ ਸੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ਕੇਵਲ 14 ਵਰ੍ਹੇ ਸੀ। ਇਸ ਤਰ੍ਹਾਂ ਮੁਗਲ ਫੌਜ ਜੋ ਇਹ ਸਮਝ ਰਹੀ ਸੀ ਕਿ ਇਹ ਸਿੱਖ ਤਾਂ ਮੁੱਠੀ ਭਰ ਨੇ, ਇਹਨਾਂ ਦੇ ਉੱਤੇ ਝੱਟ ਹੀ ਜਿੱਤ ਪ੍ਰਾਪਤ ਕਰ ਲਵਾਂਗੇ, ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸ਼ਾਮ ਹੋ ਗਈ। ਹੁਣ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਫੈਸਲਾ ਕੀਤਾ ਜੰਗ ਵਿੱਚ ਜਾਣ ਦੇ ਲਈ ਆਪ ਤਿਆਰ ਹੋਏ, ਪਰ ਕਹਿੰਦੇ ਸਿੱਖਾਂ ਨੇ ਪਾਤਸ਼ਾਹ ਨੂੰ ਰੋਕਿਆ, ਪਰ ਪਾਤਸ਼ਾਹ ਕਿਸੇ ਦੇ ਵੀ ਕਿਹਾ ਰੁਕ ਨਹੀਂ ਸੀ ਰਹੇ। ਤਾਂ ਫਿਰ ਪੰਜਾਂ ਸਿੱਖਾਂ ਨੇ 5 ਪਿਆਰਿਆਂ ਦਾ ਰੂਪ ਧਾਰ ਕੇ ਪਾਤਸ਼ਾਹ ਜੀ ਨੂੰ ਜੰਗ ਵਿੱਚ ਜਾਣ ਤੋਂ ਰੋਕਿਆ ਅਤੇ ਇਹ ਦਲੀਲ ਦਿੱਤੀ ਕਿ ਪਾਤਸ਼ਾਹ ਤੁਸੀਂ ਖੁਦ ਹੀ 5 ਪਿਆਰਿਆਂ ਨੂੰ ਇਹ ਵਚਨ ਦਿੱਤਾ ਸੀ ਕਿ ਜੋ ਵੀ 5 ਪਿਆਰਿਆਂ ਦਾ ਹੁਕਮ ਹੋਵੇਗਾ ਉਹੀ ਆਖਰੀ ਹੋਵੇਗਾ ਅਤੇ ਇਹ ਹੁਕਮ ਸਭ ਨੂੰ ਮੰਨਣਾ ਪਵੇਗਾ। ਇਸ ਕਰਕੇ ਅਸੀਂ ਤੁਹਾਨੂੰ ਜੰਗ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ। ਇਹ ਸਾਡਾ ਹੁਕਮ ਨਹੀਂ, ਇਹ ਸਾਡੀ ਬੇਨਤੀ ਆ, ਕਿਉਂਕਿ ਜੇਕਰ ਤੁਸੀਂ ਜੰਗ ਵਿੱਚ ਚਲੇ ਗਏ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਕਸ਼ ਨੂੰ ਕੌਣ ਪੂਰਾ ਕਰੇਗਾ। ਪਾਤਸ਼ਾਹ ਜੇ ਤੁਸੀਂ ਰਹੋਗੇ ਤਾਂ ਸਾਡੇ ਵਰਗੇ ਕਈ ਸਿੱਖ ਹੋਰ ਤਿਆਰ ਕਰ ਲਓਗੇ, ਇਸ ਕਰਕੇ ਤੁਹਾਡਾ ਇੱਥੋਂ ਜਾਣਾ ਹੀ ਬਿਹਤਰ ਆ। ਇਸ ਕਰਕੇ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ, ਇੱਥੇ ਅਸੀਂ ਸਭ ਸੰਭਾਲ ਲਵਾਂਗੇ। ਤਾਂ ਇਸ ਤਰ੍ਹਾਂ ਮੇਰੇ ਕਲਗੀਧਰ ਪਾਤਸ਼ਾਹ ਨੂੰ 5 ਪਿਆਰਿਆਂ ਦਾ, 5 ਸਿੱਖਾਂ ਦਾ ਹੁਕਮ ਮੰਨਣਾ ਪਿਆ। ਇਸ ਕਰਕੇ ਉਹ ਕਿਲਾ ਛੱਡਣ ਦੇ ਲਈ ਤਿਆਰ ਹੋ ਗਏ, ਪਰ ਮੇਰੇ ਪਾਤਸ਼ਾਹ ਹਿੱਕ ਠੋਕ ਕੇ ਗਏ, ਤਾੜੀ ਮਾਰ ਕੇ ਗਏ ਅਤੇ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ, ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਓ। ਕਹਿੰਦੇ ਰਾਤ ਦਾ ਸਮਾਂ ਸੀ, ਮੁਗਲ ਵੀ ਸਾਰੇ ਥੱਕੇ ਸਨ, ਸਾਰੇ ਸੌ ਰਹੇ ਸਨ। ਇਸ ਤਰ੍ਹਾਂ ਮੇਰੇ ਪਾਤਸ਼ਾਹ ਜੰਗ ਦੇ ਮੈਦਾਨ ਦੇ ਵਿੱਚ ਹੁੰਦੇ ਹੋਏ ਚਮਕੌਰ ਦਾ ਕਿਲਾ ਛੱਡ ਦਿੱਤਾ। ਅੱਜ ਦੀ ਸਾਖੀ ਇੱਥੋਂ ਤੱਕ। ਕੱਲ ਦੀ ਸਾਖੀ ਦੇ ਵਿੱਚ ਗੱਲ ਕਰਾਂਗੇ ਕਿ ਛੋਟੇ ਸਾਹਿਬਜ਼ਾਦੇ ਰਾਤ ਠਹਿਰਨ ਤੋਂ ਬਾਅਦ ਅੱਜ ਗੰਗੂ ਦੇ ਪਿੰਡ ਖੇੜੀ ਨੂੰ ਤਿਆਰ ਹੋ ਰਹੇ ਸੀ ਜਾਣ ਦੇ ਲਈ। ਉੱਥੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੀ ਵਾਪਰਿਆ, ਬਾਕੀ ਸਿੰਘਾਂ ਦੇ ਨਾਲ ਕੀ ਵਾਪਰਿਆ, ਉਹ ਆਪਾਂ ਕੱਲ ਦੀ ਸਾਖੀ ਦੇ ਵਿੱਚ ਗੱਲ ਕਰਾਂਗੇ ਜੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਰਜ਼ਾ ਹੋਈ ਤਾਂ। ਅੱਜ ਦੀ ਸਾਖੀ ਇੱਥੋਂ ਤੱਕ। ਜੇਕਰ ਸਾਖੀ ਸੁਣਾਉਂਦਿਆਂ ਤੋਂ, ਸਿੱਖ ਇਤਿਹਾਸ ਪੜ੍ਹਦਿਆਂ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਉਹ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।